पिछले दिनी सुखबीर सिंह बादल ने दे उस बयान ਨੂੰ बड़े गंभीरता ਦੇ ਨਾਲ ਨੋਟਿਸ ਦੇ ਵਿੱਚ ਲਿਆ ਕਿ ਉਹਨਾਂ ਸੰਯੁਕਤ ਮੋਰਚੇ ਨੂੰ ਧਮਕੀ ਦਿੱਤੀ ਹੈ ਕਿ ਜੇ ਮੈਂ ਇੱਕ ਇਸ਼ਾਰਾ ਕਰ ਦਵਾਂ ਤਾਂ ਸਵਾਲ ਵਾਲੇ ਲੱਭਣਗੇ ਨਹੀਂ, ਜਿਹੜੇ ਸਵਾਲ ਜਵਾਬ ਕਰਦੇ ਆ ਉਹ ਲੱਭਣਗੇ ਨਹੀਂ। 32 ਕਿਸਾਨ ਜਥੇਬੰਦੀਆਂ ਨੇ ਸਰਕਾਰ ਬਾਦਲ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਆ ਨਿੰਦਿਆ ਕੀਤੀ ਆ ਕਿ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦਾ। ਬਾਦਲ ਆਪਣੀ ਜ਼ੁਬਾਨ ਤੇ ਭਾਸ਼ਾ ਉੱਪਰ ਲਗਾਮ ਲਾਉਣ, ਕਿਉਂਕਿ ਜੇ ਇਹੋ ਜਿਹੀ ਭਾਸ਼ਾ ਵਰਤਣਗੇ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਬਹੁਤ ਵੱਡੀ ਢਾਲ ਲੱਗੂਗੀ, ਇਸ ਅੰਦੋਲਨ ਨੂੰ ਬਹੁਤ ਵੱਡੀ ਢਾਲ ਲੱਗੂਗੀ। ਇਹ ਬਿਲਕੁਲ ਅਸੀਂ ਟੋਟਲ 32 ਦੀਆਂ 32 ਜਥੇਬੰਦੀਆਂ ਇਸ ਗੱਲ ਦਾ ਪ੍ਰਣ ਲੈਣੀਆਂ ਕਿ ਬਿਲਕੁਲ ਅਸੀਂ ਇਹ ਜਿਹੜੇ ਟੋਲਿਆਮ ਨਹੀਂ ਛੱਡਾਂਗੇ। ਸਾਡੀ 32 ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਕਜਾਰੀਆ ਹਾਲ ਦੇ ਵਿੱਚ ਦਫ਼ਤਰ ਦੇ ਵਿੱਚ ਹੋਈ ਆ। ਜੋ ਵੀ ਪੰਜਾਬ ਦੇ ਵਿੱਚ ਕੋਈ ਵੀ ਘਟਨਾਵਾਂ ਚੱਲਦੀਆਂ ਸੀ ਉਹਨਾਂ ਤੇ ਸਾਰੀਆਂ ਤੇ ਵਿਚਾਰ ਕੀਤਾ ਗਿਆ। ਜਿਸ ਤਰ੍ਹਾਂ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਦੇ ਉਸ ਬਿਆਨ ਨੂੰ ਬੜੇ ਗੰਭੀਰਤਾ ਦੇ ਨਾਲ ਨੋਟਿਸ ਦੇ ਵਿੱਚ ਲਿਆ ਕਿ ਉਹਨਾਂ ਸੰਯੁਕਤ ਮੋਰਚੇ ਨੂੰ ਧਮਕੀ ਦਿੱਤੀ ਹੈ ਕਿ ਜੇ ਮੈਂ ਇੱਕ ਇਸ਼ਾਰਾ ਕਰ ਦਵਾਂ ਤਾਂ ਸਵਾਲ ਵਾਲੇ ਲੱਭਣਗੇ ਨਹੀਂ, ਜਿਹੜੇ ਸਵਾਲ ਜਵਾਬ ਕਰਦੇ ਆ ਉਹ ਲੱਭਣਗੇ ਨਹੀਂ। 32 ਕਿਸਾਨ ਜਥੇਬੰਦੀਆਂ ਨੇ ਸਰਕਾਰ ਬਾਦਲ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਆ ਨਿੰਦਿਆ ਕੀਤੀ ਆ ਕਿ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦਾ। ਸਾਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਚਿੰਤਾ ਆ, ਕਿਉਂਕਿ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨਾ ਨਹੀਂ ਚਾਹੁੰਦੇ। ਬਾਦਲ ਆਪਣੀ ਜ਼ੁਬਾਨ ਤੇ ਭਾਸ਼ਾ ਉੱਪਰ ਲਗਾਮ ਲਾਉਣ, ਕਿਉਂਕਿ ਜੇ ਇਹੋ ਜਿਹੀ ਭਾਸ਼ਾ ਵਰਤਣਗੇ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਬਹੁਤ ਵੱਡੀ ਢਾਲ ਲੱਗੂਗੀ, ਇਸ ਅੰਦੋਲਨ ਨੂੰ ਬਹੁਤ ਵੱਡੀ ਢਾਲ ਲੱਗੂਗੀ। ਅਸੀਂ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜੀਆਂ ਆਪਣੀਆਂ ਰੈਲੀਆਂ ਆ ਉਹ ਬੰਦ ਕਰ ਦੇਣ। ਪਿੰਡਾਂ ਵਾਲੇ ਜਿੰਨੇ ਵੀ ਸਾਡੇ ਕਿਸਾਨ ਤੇ ਮਜ਼ਦੂਰ ਵੀਰ ਆ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਸਿਆਸੀ ਲੋਕਾਂ ਦੀਆਂ ਰੈਲੀਆਂ ਦੇ ਵਿੱਚ ਜਾਣਾ ਤੁਸੀਂ ਬੰਦ ਕਰ ਦਿਓ। ਨਾਲ ਦੀ ਨਾਲ ਮੋਗੇ ਵਿੱਚ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਆ, ਇੱਕ ਭਾਰੀ ਲਾਠੀ ਚਾਰਜ ਹੋਇਆ, ਸਾਡੀਆਂ ਜਥੇਬੰਦੀਆਂ ਵੱਲੋਂ ਸਖਤ ਨੋਟਿਸ ਲੈਂਦਿਆਂ ਇਹ ਫੈਸਲਾ ਕੀਤਾ ਕਿ ਇੱਕ ਤਾਂ ਪਹਿਲਾਂ ਉਹਨਾਂ ਦੀ ਅਸੀਂ ਨਿੰਦਿਆ ਕਰਦੇ ਹਾਂ ਕਿ ਜਿਹੜਾ ਇਹ ਲਾਠੀ ਚਾਰਜ ਹੋਇਆ। ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਮੋਗਾ, ਮਾਛੀਵਾੜਾ ਤੇ ਹੋਰ ਥਾਵਾਂ ਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਤੁਰੰਤ ਵਾਪਸ ਲੈ ਲਏ ਜਾਣ। 5 ਸਤੰਬਰ ਨੂੰ ਮੁਜ਼ੱਫਰਨਗਰ ਦੀ ਜਿਹੜੀ ਆ ਮਹਾ ਰੈਲੀ ਹੋਣ ਜਾ ਰਹੀ ਹੈ। ਉਸ ਤੋਂ ਬਾਅਦ ਸਾਡੇ 32 ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਆ ਮੀਟਿੰਗ 8 ਸਤੰਬਰ ਨੂੰ ਕੀਤੀ ਜਾਣੀ ਆ। ਉਹਨਾਂ ਵੱਲੋਂ ਸਖਤ ਕਦਮ ਚੁੱਕਣ ਦੇ ਜਿਹੜੇ ਅਸੀਂ ਐਲਾਨ ਕਰਾਂਗੇ। ਉਸ ਮੀਟਿੰਗ ਦੇ ਵਿੱਚ ਐਕਸ਼ਨ ਜਿਹੜਾ ਆ ਅਸੀਂ ਕਰਾਂਗੇ। ਜੇਕਰ ਸਰਕਾਰ ਨੇ ਇਹ ਜਿਹੜੇ ਪਰਚੇ ਦਰਜ ਕੀਤੇ ਆ ਉਹ ਵਾਪਸ ਨਾ ਲਏ, ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ, ਜਿਹਦੀ ਕਿ ਪੰਜਾਬ ਸਰਕਾਰ ਜਿਹੜੀ ਆ ਜ਼ਿੰਮੇਵਾਰ ਹੋਵੇਗੀ। 28 ਅਗਸਤ ਨੂੰ ਹਰਿਆਣੇ ਤੇ ਕਰਨਾਲ ਵਿੱਚ ਹਰਿਆਣਾ ਪੁਲਿਸ ਵੱਲੋਂ ਸ਼ਾਂਤਮਈ ਕਿਸਾਨਾਂ ਉੱਤੇ ਬੇਵਜ੍ਹਾ ਕੀਤੇ ਸਖਤ ਲਾਠੀ ਚਾਰਜ ਦੀ ਜਿਹੜੀ ਆ ਸਾਡੀਆਂ ਜਥੇਬੰਦੀਆਂ ਵੱਲੋਂ ਨਿੰਦਿਆ ਕੀਤੀ ਗਈ ਆ। ਇਹ ਫੈਸਲਾ ਵੀ ਲਿਆ ਗਿਆ ਕਿ ਹਰਿਆਣੇ ਦੇ ਕਿਸਾਨਾਂ ਨਾਲ ਹਰ ਪੱਧਰ ਤੇ ਸਾਥ ਦੇਵਾਂਗੇ। ਕਰਨਾਲ ਦੇ ਐਸਡੀਐਮ ਵੱਲੋਂ ਜਰਨਲ ਡਾਇਰ ਵਾਂਗ ਕਿਸਾਨਾਂ ਉੱਪਰ ਸਿਰ ਪਾੜਨ ਅਤੇ ਹੱਡੀਆਂ ਪਸਲੀਆਂ ਤੋੜਨ ਦੀ ਪੁਲਿਸ ਨੂੰ ਦਿੱਤੀ ਹਦਾਇਤ ਦੀ ਘੋਰ ਨਿੰਦਿਆ ਕੀਤੀ ਗਈ ਹੈ। ਚੇਤਾਵਨੀ ਦਿੱਤੀ ਗਈ ਹੈ ਕਿ ਹਰਿਆਣਾ ਸਰਕਾਰ ਇਸ ਤਰ੍ਹਾਂ ਦੇ ਜਾਬਰ ਅਫਸਰ ਤੇ ਪੁਲਿਸ ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਧਾਰਾ 302 ਅਧੀਨ ਕਤਲ ਦਾ ਮਾਮਲਾ ਜਿਹੜਾ ਦਰਜ ਕਰੇ। ਹਰਿਆਣੇ ਦੀਆਂ ਜਥੇਬੰਦੀਆਂ ਜੋ ਵੀ ਫੈਸਲਾ ਕਰਨਗੀਆਂ, ਕਿਸਾਨ ਮੋਰਚਾ ਉਹਨਾਂ ਦੀ ਪਿੱਠ ਪਿੱਛੇ ਪੂਰੀ ਤਾਕਤ ਨਾਲ ਖੜਾ ਹੋਵੇਗਾ ਤੇ ਉਹਨਾਂ ਦਾ ਸਾਥ ਦੇਵੇਗਾ। ਮੀਟਿੰਗ ਵਿੱਚ ਇਹ ਵੀ ਅਸੀਂ ਫੈਸਲਾ ਲਿਆ ਸਰਬਸੰਮਤੀ ਨਾਲ ਕਿ ਪੰਜਾਬ ਸਰਕਾਰ ਕਿਸਾਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਦੀਆਂ ਫਰਦਾਂ ਜਿਹੜੀਆਂ ਮੰਗ ਰਹੀਆਂ ਜਮ੍ਹਾਂਬੰਦੀਆਂ ਪੋਰਟਲ ਦੇ ਉੱਪਰ ਚੜਾਉਣਾ ਚਾਹੁੰਦੀ ਹੈ ਤੇ ਮੰਗ ਕਰ ਰਹੀ ਹੈ ਕਿ ਕਿਸਾਨਾਂ ਨਾਲ ਸਰਕਾਰ ਜਿਹੜਾ ਧੱਕਾ ਕਰ ਰਹੀ ਆ। ਅਸੀਂ ਇਹ ਵੀ ਮੰਗ ਕੀਤੀ ਆ ਕਿ ਜਿਹੜਾ ਸਰਕਾਰ ਆ ਕਿਸਾਨਾਂ ਨਾਲ ਧੱਕਾ ਨਾ ਕਰੇ, ਇਹ ਜਿਹੜੀਆਂ ਫਰਦਾਂ ਇਹ ਪੋਰਟਲ ਦੇ ਉੱਪਰ ਨਾ ਚੜਾਵੇ। ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਆ ਕਿ ਕੋਈ ਵੀ ਕਿਸਾਨ ਇਹਨਾਂ ਨੂੰ ਆਪਣੀਆਂ ਫਰਦਾਂ ਨਾ ਜਮ੍ਹਾਂ ਕਰਾਵੇ, ਇਹਨਾਂ ਨੂੰ ਅਮਲੀ ਰੂਪ ਜਿਹੜਾ ਨਾ ਦਿੱਤਾ ਜਾਵੇ। ਕੋਈ ਵੀ ਕਿਸਾਨਾਂ ਨੂੰ ਅਮਲੀ ਰੂਪ ਵਿੱਚ ਬਹੁਤ ਮੁਸੀਬਤਾਂ ਆਉਣਗੀਆਂ, ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਆ ਕਿ ਉਹ ਆਪਣੀਆਂ ਜਮ੍ਹਾਂਬੰਦੀਆਂ ਫਰਦਾਂ ਜਿਹੜੀਆਂ ਨਾ ਦਿੱਤੀਆਂ ਜਾਣ ਤੇ ਨਾ ਉਹ ਜਿਹੜਾ ਜਮ੍ਹਾਂ ਕਰਾਈਆਂ ਜਾਣ।
ਜੇਕਰ ਸਰਕਾਰ ਨੇ ਇਸ ਵਜ੍ਹਾ ਕਰਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਕਿਸਾਨ ਮੋਰਚਾ ਇਸ ਦਾ ਸਖਤੀ ਨਾਲ ਜਿਹੜਾ ਵਿਰੋਧ ਕਰੇਗਾ। ਇਸ ਦੇ ਨਾਲ ਜਿੰਨੀਆਂ ਵੀ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਇਸ ਅੰਦੋਲਨ ਦਾ ਸਾਥ ਦੇ ਰਹੀਆਂ ਸੀ, ਪਹਿਲਾਂ ਤੋਂ ਹੀ ਜਿਹੜੇ ਸਰਕਾਰ ਵੱਲੋਂ ਉਹਨਾਂ ਤੇ ਝੂਠੇ ਪਰਚੇ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਸੀ। ਇਸੇ ਤਰ੍ਹਾਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਜੀ ਰੋਡੇ, ਜਿਹੜੇ ਇਸ ਮੋਰਚੇ ਦੇ ਵਿੱਚ ਉਹਨਾਂ ਨੇ ਦਵਾਈਆਂ ਦਾ ਲੰਗਰ ਵੀ ਲਗਾਇਆ ਹੋਇਆ ਤੇ ਉਸ ਤਰ੍ਹਾਂ ਵੀ ਲੰਗਰ ਲਗਾਇਆ ਹੋਇਆ, ਉਹਨਾਂ ਦੇ ਬੇਟੇ ਗੁਰਮੁਖ ਸਿੰਘ ਬਰਾੜ ਜੋ ਕਿ ਅਜੀਤ ਅਖਬਾਰ ਦੇ ਅੱਜ ਦੀ ਆਵਾਜ਼ ਦੇ ਐਡੀਟਰ ਹਨ, ਜਿਸ ਨੂੰ ਪਿਛਲੀ ਦਿਨੀ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਇਸ਼ਾਰੇ ਤੇ ਪ੍ਰੈਸ ਨੂੰ ਦਬਾਉਣ ਦੇ ਇਰਾਦੇ ਨਾਲ ਅੰਦੋਲਨਕਾਰੀਆਂ ਦੀ ਮਦਦ ਕਰ ਰਹੀ ਪ੍ਰੈਸ ਨੂੰ ਪਰੇਸ਼ਾਨ ਕਰਨ ਤੇ ਝੂਠੇ ਕੇਸਾਂ ਵਿੱਚ ਫਸਾਉਣ ਦੀ ਨਿੰਦਿਆ ਕਰਦੇ ਹਾਂ ਤੇ ਪੁਰਜ਼ੋਰ ਸ਼ਬਦਾਂ 'ਚ ਮੰਗ ਕਰਦੇ ਹਾਂ ਕਿ ਇਸ ਦੀ ਜੁਡੀਸ਼ੀਅਲ ਜਾਂਚ ਕੀਤੀ ਜਾਵੇ। ਜਦੋਂ ਵੀ ਕਿਸੇ ਨੇ ਵੀ ਸਮਾਜਿਕ ਧਾਰਮਿਕ ਜਥੇਬੰਦੀਆਂ ਨੇ ਇਸ ਅੰਦੋਲਨ ਦੇ ਪ੍ਰਤੀ ਕੋਈ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਡਰਾ ਧਮਕਾ ਕੇ ਜਿਹੜਾ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਆ। ਤੇ ਮੈਂ ਬਹੁਤ ਵਿਸਤਾਰ ਦੇ ਨਾਲ ਨਾ ਜਾਵਾਂ, ਮੇਰੇ ਨਾਲ ਕੁਲਵੰਤ ਸਿੰਘ ਜੀ ਸੰਧੂ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਬਾਰੇ ਚੰਗੀ ਤਰ੍ਹਾਂ ਚਾਨਣਾ ਪਾਉਣ। ਮੈਂ ਕੁਲਵੰਤ ਸਿੰਘ ਸੰਧੂ ਜੀ, ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ। ਜਿਵੇਂ ਸਾਡੀ ਅੱਜ ਦੀ ਮੀਟਿੰਗ ਦੇ ਪ੍ਰਧਾਨ ਜੰਗਵੀਰ ਜੀ ਨੇ ਵਿਸਥਾਰ ਨਾਲ ਦੱਸਿਆ ਵੀ ਅਸੀਂ ਕੀ ਪਾਸ ਕੀਤਾ। ਮੁੱਖ ਤੌਰ 'ਤੇ ਅਸੀਂ ਇਸ ਜਿਹੜਾ ਦਿੱਲੀ ਦੇ ਬਰੂਹਾਂ 'ਤੇ ਅੰਦੋਲਨ ਚੱਲ ਰਿਹਾ, ਇਹਨੂੰ 10ਵਾਂ ਮਹੀਨਾ ਹੋ ਗਿਆ ਜੀ। ਪੰਜਾਬ ਵਿੱਚ ਚੱਲਦੇ ਨੂੰ ਲਗਭਗ ਸਵਾ ਸਾਲ ਹੋ ਗਿਆ, 16ਵਾਂ ਮਹੀਨਾ ਚੱਲਦਾ। ਅਸੀਂ ਜਿਹੜੀ ਸਿਆਸੀ ਪਾਰਟੀਆਂ ਹਾਲੇ ਇਲੈਕਸ਼ਨ ਐਲਾਨ ਵੀ ਨਹੀਂ ਹੋਈ ਪੰਜਾਬ ਦੇ ਵਿੱਚ। ਹਾਲੇ ਚੋਣ ਕਮਿਸ਼ਨ ਨੇ ਪਰਸੋਂ ਹੀ ਕਿਹਾ ਵੀ ਜੇ EVM ਨਾ ਪਹੁੰਚੀਆਂ ਤੇ ਮੈਂ ਅਸਮਰਥ ਹਾਂ ਇਲੈਕਸ਼ਨ ਕਰਾਉਣ ਤੋਂ। ਸਰਕਾਰ ਕੀ ਸੋਚਦੀ ਕੀ ਨਹੀਂ ਸੋਚਦੀ। ਪਰ ਅਜੀਬ ਗੱਲ ਇਹ ਆ ਵੀ ਜਿਸ ਵੇਲੇ ਟੋਟਲ ਕਿਸਾਨੀ ਤੇ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ, ਛੋਟੇ ਕਾਰਖਾਨੇਦਾਰਾਂ ਤੇ ਕੰਜ਼ਿਊਮਰ ਤੇ ਜਿੰਨੇ ਖਪਤਕਾਰ ਆ ਉਹਨਾਂ ਤੇ ਇਹਦੇ ਨਾਲ ਇਹਨਾਂ ਕਾਨੂੰਨਾਂ ਦੇ ਨਾਲ ਬੇਰੁਜ਼ਗਾਰੀ ਵਿੱਚ ਵੀ ਵਾਧਾ ਹੋਣਾ, ਉਹਦੇ ਲਈ ਜਿਹੜਾ ਮੋਰਚਾ ਲੋਕ ਅੰਦੋਲਨ ਦੇ ਤੌਰ 'ਤੇ ਚੱਲ ਰਿਹਾ। ਸਾਡਾ ਸਾਰਿਆਂ ਦਾ ਧਿਆਨ ਇਹ ਆ ਵੀ ਜੇ ਇਹ ਕਾਨੂੰਨ ਲਾਗੂ ਹੋ ਗਏ ਤੇ ਵੋਟਾਂ ਵਿੱਚੋਂ ਚੋਣਾਂ ਸਰਕਾਰਾਂ ਬਦਲ ਕੇ ਕੀ ਲਵਾਂਗੇ ਅਸੀਂ। ਇਹ ਪਹਿਲਾਂ ਸਭ ਤੋਂ ਸਾਡੀ ਨਸਲਾਂ ਫਸਲਾਂ ਦੀ ਜਿਹੜੀ ਆ ਆਉਣ ਵਾਲੇ ਭਵਿੱਖ ਦੀ ਲੜਾਈ ਆ, ਪਹਿਲਾਂ ਇਹਦੇ ਵਾਸਤੇ ਲੜਿਆ ਜਾਵੇ। ਅਸੀਂ ਸਾਰੀਆਂ ਪਾਰਟੀਆਂ ਨੂੰ ਪਹਿਲਾਂ ਅਪੀਲ ਕਰ ਚੁੱਕੇ ਹਾਂ ਵੀ ਜਿੰਨਾ ਚਿਰ ਤੱਕ ਇਲੈਕਸ਼ਨਾਂ ਦਾ ਐਲਾਨ ਨਹੀਂ ਹੁੰਦਾ ਉਨਾ ਚਿਰ ਤੱਕ ਉਹ ਆਪਣੀ ਕਾਰਨਰ ਮੀਟਿੰਗਾਂ ਕਰ ਲੈਣ, ਇਨਡੋਰ ਮੀਟਿੰਗਾਂ ਕਰ ਲੈਣ, ਖੁੱਲ੍ਹੀਆਂ ਵੱਡੀਆਂ ਰੈਲੀਆਂ ਕਰਕੇ ਭਾਈਚਾਰਕ ਵੰਡ ਪਾਉਣੀ, ਪਿੰਡਾਂ ਵਿੱਚ ਲੋਕਾਂ ਦੇ ਆਪਸੀ ਪਾੜੇ ਪਾਉਣੇ, ਕਾਂਗਰਸੀ ਅਕਾਲੀ ਆਪ ਦੇ ਨਾਂ 'ਤੇ ਜਾਂ ਕਾਂਗਰਸ ਦੇ ਨਾਂ 'ਤੇ ਵੰਡ ਪਾਉਣੀ, ਉਹ ਇਸ ਮੋਰਚੇ ਦਾ ਨੁਕਸਾਨ ਪਹੁੰਚਦਾ ਇਸ ਨਾਲ। ਅਸੀਂ ਅੱਜ ਵੀ ਉਹਨਾਂ ਨੂੰ ਜਿਹੜੀਆਂ ਮੱਲੋ-ਮੱਲੀ ਬਹੁਤੇ ਕਾਹਲੇ ਪਏ ਆ ਵੀ ਸ਼ਾਇਦ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਨਵੀਂ ਪਾਰਟੀ ਨਾਲ ਨਿਕਲਿਆ ਹੋਵੇ, ਨੱਠ ਭੱਜ ਪਈ ਆ, ਕਾਹਲੀ ਪਈ ਆ। ਅਸੀਂ ਬੜਾ ਦਲੀਲ ਨਾਲ ਦੱਸ ਚੁੱਕੇ ਹਾਂ ਵੀ ਸਾਡਾ ਕਿਸਾਨਾਂ ਦਾ ਅੰਦੋਲਨ ਕਿਸਾਨੀ ਮੰਗਾਂ ਲਈ ਆ। ਜਿਹੜੀਆਂ ਮੰਗਾਂ ਲੋਕਾਂ ਨਾਲ ਸੰਬੰਧਿਤ ਆ, ਜਿਹੜੀਆਂ ਮੰਗਾਂ ਖਪਤਕਾਰਾਂ ਨਾਲ ਸੰਬੰਧਿਤ ਆ, ਜਿਹੜੀਆਂ ਮੰਗਾਂ ਦੇ ਨਾਲ ਆਮ ਲੋਕਾਂ ਨੇ ਵੀ ਸਾਡੀ ਬਹੁਤ ਵੱਡੀ ਸਹਾਇਤਾ ਦਿੱਤੀ ਆ। ਇੰਟਰਨੈਸ਼ਨਲ ਪੱਧਰ 'ਤੇ ਮਦਦ ਹੋਈ ਆ। ਦੁਨੀਆ ਭਰ ਦਾ ਸਭ ਤੋਂ ਲੰਬਾ, ਵਿਸ਼ਾਲ ਤੇ ਸ਼ਾਂਤਮਈ ਅੰਦੋਲਨ ਹੋ ਨਿਬੜਿਆ ਏ, ਜਿਹੜੀ ਹਰ ਪੱਖ ਤੋਂ ਹਮਾਇਤ ਹੁੰਦੀ ਆ। ਉਹਨਾਂ ਨੂੰ ਅੱਜ ਫਿਰ ਅਸੀਂ ਕਿਹਾ ਵੀ ਮੋਗੇ ਦੇ ਵਿੱਚ ਮੋਗੇ ਤੋਂ ਪਹਿਲਾਂ ਮਾਛੀਵਾੜੇ ਦੇ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਜਿਹੜੇ SOI ਦੇ ਕੁਛ ਲੋਕ ਆ, ਗਰਮ ਖੂਨ ਕਹਿੰਦੇ ਆ ਆਪਣੇ ਆਪ ਦਾ, ਉਹਨਾਂ ਨੇ ਮੋਗੇ 'ਚ ਵੀ ਸ਼ਰਾਰਤ ਉਹਨਾਂ ਨੇ ਸ਼ੁਰੂ ਕੀਤੀ। ਮਾਛੀਵਾੜੇ ਤਾਂ ਉਹ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਨਹੀਂ ਸਕੇ। ਮੋਗੇ ਦੇ ਵਿੱਚ ਪ੍ਰਸ਼ਾਸਨ ਨੇ ਗੱਲ ਕੀਤੀ ਸੀ ਕਿ ਜਿਹੜੇ ਅੰਦੋਲਨਕਾਰੀ ਕਿਸਾਨ ਆ ਉਹਨਾਂ ਦੇ ਨਾਲ ਸਵਾਲ ਜਵਾਬ ਦਾ ਟਾਈਮ ਦੇਵਾਂਗੇ, ਪਰ ਬਾਅਦ ਦੇ ਵਿੱਚ ਜਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੁੱਕਰ ਗਏ ਜਾਂ ਪ੍ਰਸ਼ਾਸਨ ਨੇ ਕੋਸ਼ਿਸ਼ ਨਹੀਂ ਕੀਤੀ। ਉਲਟਾ SOI ਵਾਲਿਆਂ ਨੇ ਇੱਟ ਬੱਟੇ ਮਾਰਨੇ ਸ਼ੁਰੂ ਕੀਤੇ, ਜਿਹਦੇ ਨਾਲ ਮੁੜ ਕੇ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ, ਇੱਟਾਂ ਬੱਟਿਆਂ ਦੀ ਮਦਦ ਕੀਤੀ, ਜ਼ੋਰ ਲਾਇਆ ਤੇ ਕਿਸਾਨਾਂ ਨੂੰ ਬੜਾ ਜ਼ਖਮੀ ਕੀਤਾ। ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਸਾਰੀ 18 ਜਥੇਬੰਦੀਆਂ ਪੰਜਾਬ ਦੀਆਂ। ਤੇ ਨਾਲ ਦੀ ਨਾਲ ਇਹ ਸਰਕਾਰ ਨੂੰ ਵਾਰਨਿੰਗ ਇਹ ਦਿੱਤੀ ਆ ਵੀ 8 ਤਰੀਕ ਤੱਕ ਜਿਹੜੇ ਸਾਡੇ 'ਤੇ ਕੇਸ ਦਰਜ ਹੋਏ ਆ ਪੰਜਾਬ 'ਚ ਕਿਸੇ ਵੀ ਥਾਂ 'ਤੇ, ਜਾਂ ਹਰਿਆਣਾ ਸਰਕਾਰ ਦੇ ਹਰਿਆਣੇ 'ਚ ਕੀਤੇ ਆ ਜਾਂ ਦਿੱਲੀ ਸਰਕਾਰ ਨੇ ਦਿੱਲੀ ਕੀਤੇ ਆ, ਉਹ 8 ਤਰੀਕ ਤੱਕ ਕੇਸ ਵਾਪਸ ਲੈਣ, ਨਹੀਂ ਤਾਂ 8 ਤਰੀਕ ਨੂੰ ਅਸੀਂ ਮੀਟਿੰਗ ਕਰਕੇ ਕੋਈ ਹੋਰ ਵੱਡੇ ਐਕਸ਼ਨ ਦਾ ਐਲਾਨ ਕਰਾਂਗੇ। ਇਹਦੇ ਨਾਲ ਹੀ 5 ਤਰੀਕ ਨੂੰ ਜਿਹੜਾ ਮੁਜ਼ੱਫਰਪੁਰ ਦੀ ਰੈਲੀ ਹੋ ਰਹੀ ਆ, ਜਿਹੜੀ ਲਾਮਸਾਰ ਰੈਲੀ ਹੋਊਗੀ,
ਉਹਦੀਆਂ ਬੜੀਆਂ ਤਿਆਰੀਆਂ ਜ਼ੋਰਾਂ 'ਤੇ ਹੋ ਰਹੀਆਂ। ਅੱਜ ਸਾਰੀਆਂ ਜਥੇਬੰਦੀਆਂ ਦੇ ਝੰਡੇ ਉੱਥੇ ਪਹੁੰਚ ਰਹੇ ਆ। ਉਹ ਸਾਰਿਆਂ ਵੱਲੋਂ ਸਾਂਝੀ ਰੈਲੀ ਹੋਣੀ ਆ। ਅਤੇ ਜਿਹੜਾ ਆਉਣ ਵਾਲਾ ਭਾਰਤ ਬੰਦ ਦਾ ਸੱਦਾ ਆ, ਜਿਹਦੇ ਵਿੱਚ ਤੁਹਾਡੇ ਤੋਂ ਵੀ ਅਸੀਂ ਸਹਿਯੋਗ ਦੀ ਮੰਗ ਕਰਾਂਗੇ ਕਿ ਇਹਨੂੰ ਪ੍ਰਾਪੇਗੰਡਾ ਕਰਨ ਦੀ ਕੋਸ਼ਿਸ਼ ਕਰੋ। ਇਹ ਇੱਕ ਲਾਮਿਸਾਲ ਭਾਰਤ ਬੰਦ ਹੋਊਗਾ, ਜਿਹੜੇ ਪਹਿਲਿਆਂ ਨਾਲੋਂ ਕਿਤੇ ਵਿਸ਼ਾਲ ਹੋਊਗਾ, ਕਿਉਂਕਿ 20 ਸੂਬਿਆਂ ਦੀਆਂ ਜਥੇਬੰਦੀਆਂ 'ਚ ਹਿੱਸਾ ਲਿਆ। ਹੁਣ ਮੈਂ ਬੇਨਤੀ ਕਰਦਾ, ਸਾਡੇ ਮਨਜੀਤ ਸਿੰਘ ਰਾਏ ਜੀ ਆ, ਜਿਹੜੇ ਸਾਡੇ ਮੁੱਖ ਆਗੂ ਆ BKU ਦੁਆਬਾ ਦੇ, ਉਹ ਗੱਲ ਕਰਨ। ਅੱਜ ਸਾਡੀ ਪੰਜਾਬ ਦੀਆਂ 32 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਕੱਲ ਮੋਗੇ ਵਿੱਚ ਰੈਲੀ ਰੱਖੀ ਹੋਈ ਸੀ, ਉਸ ਰੈਲੀ ਦੇ ਵਿੱਚ ਜੋ SOI ਵੱਲੋਂ ਉੱਥੇ ਕਿਸਾਨਾਂ ਦੇ ਨਾਲ ਬਦਸਲੂਕੀ ਕੀਤੀ ਔਰ ਇੱਟ-ਬੱਟੇ ਚਲਾਏ, ਉਹਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ 32 ਜਥੇਬੰਦੀਆਂ ਨੇ। ਔਰ ਇੱਕ ਜਿਹੜਾ ਸੁਖਬੀਰ ਜੀ ਦਾ ਬਿਆਨ ਹੋਣਾ ਕਿ ਅਸੀਂ ਇਸ਼ਾਰਾ ਕਰਾਂਗੇ ਤੇ ਇਹ ਲੱਭਣਗੇ ਵੀ ਨਹੀਂ, ਉਹਦੀ ਵੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਸੁਖਬੀਰ ਜੀ ਨੂੰ ਚੈਲੰਜ ਕਰਦੇ ਹਾਂ ਕਿ ਸੁਖਬੀਰ ਜੀ, ਜੇ ਸੰਯੁਕਤ ਮੋਰਚੇ ਨੇ ਕੋਈ ਕਾਲ ਦੇਤੀ ਤੇ ਪੰਜਾਬ 'ਚ ਖੜਨਾ ਔਖਾ ਹੋ ਜਾਏਗਾ ਤੁਹਾਨੂੰ। ਇਸ ਕਰਕੇ ਇਹਨਾਂ ਰੈਲੀਆਂ ਤੋਂ ਬਾਅਦ ਆ ਜਾਓ। ਇਹ ਇਕੱਲਾ ਪੰਜਾਬ ਤੁਸੀਂ ਹੀ ਨਹੀਂ ਲੁੱਟ ਕੇ ਲੈ ਜਾਣਾ। ਇਸ ਇਰਾਦੇ ਨਾਲ ਕਿ ਸਾਨੂੰ ਇੰਝ ਲੱਗ ਰਿਹਾ ਕਿ BJP ਦੇ ਇਸ਼ਾਰੇ ਤੇ ਤਾਂ ਨਹੀਂ ਕਿਤੇ ਕਰ ਰਹੇ ਇਹ ਜਿਹੜੀਆਂ ਤੁਸੀਂ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ। ਸੋ ਇਸ ਕਰਕੇ ਉਹਨਾਂ ਨੂੰ ਤਾੜਨਾ ਕਰਦੇ ਆ, ਇਹ ਰੈਲੀਆਂ ਬਿਲਕੁਲ ਬੰਦ ਕਰ ਦਿਓ। ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਅਨਾਉਂਸ ਹੋ ਜਾਏਗੀ ਫਿਰ ਕੋਈ ਰੈਲੀਆਂ ਕਰ ਲੈਣ। ਉਸ ਤੋਂ ਪਹਿਲਾਂ ਜੇ ਕੋਈ ਰੈਲੀਆਂ ਕਰਦੇ ਨੇ ਤਾਂ ਫਿਰ ਇਹ ਲੱਗ ਰਿਹਾ ਸਾਨੂੰ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਸੁਖਬੀਰ ਬਾਦਲ ਦਾ ਵੱਡਾ ਹੱਥ ਹੋਏਗਾ। ਸੋ ਇਹ ਜਿਹੜੀਆਂ ਵੀ, ਇਕੱਲੇ ਮੈਂ ਸੁਖਬੀਰ ਬਾਦਲ ਉਹਨਾਂ ਨੂੰ ਨਹੀਂ ਕਹਿੰਦਾ, ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਹੋਵੇ, ਕੋਈ ਵੀ ਪਾਰਟੀ ਹੋਵੇ, ਜਿਹੜੀਆਂ ਪੰਜਾਬ ਦੇ ਵਿੱਚ ਰੈਲੀਆਂ ਕਰਨਗੇ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ, ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ ਕੋਈ ਵੀ ਰੈਲੀ ਨਾ ਕੀਤੀ ਜਾਵੇ। ਸੈਕੰਡ, ਜਿਹੜਾ ਹਰਿਆਣੇ ਵਾਲੇ ਸਾਥੀਆਂ ਤੇ ਤਸ਼ੱਦਦ ਕੀਤਾ ਹਰਿਆਣਾ ਗੌਰਮੈਂਟ ਨੇ ਕਰਨਾਲ ਦੇ ਵਿੱਚ, ਉਹਦੀ ਵੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਅਸੀਂ 32 ਜਥੇਬੰਦੀਆਂ ਨੇ ਮਿਲ ਕੇ ਫੈਸਲਾ ਲਿਆ ਹੈ ਕਿ ਜਦੋਂ ਸਾਡੇ ਹਰਿਆਣੇ ਵੀ, ਜਿਹੜੀ ਹਰਿਆਣੇ ਵਾਲੇ ਵੀਰ ਸਾਨੂੰ ਕਾਲ ਦੇਣਗੇ, ਉਸ ਕਾਲ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਬਿਲਕੁਲ ਦੀਵਾਰ ਬਣ ਕੇ ਖੜੇ ਹੋਵਾਂਗੇ। ਪੂਰੇ ਪੰਜਾਬ ਦੇ 32 ਦੇ 32 ਆਗੂਆਂ ਨੇ ਫੈਸਲਾ ਕੀਤਾ ਹੈ। ਸੋ ਅਸੀਂ ਹਰਿਆਣੇ ਵਾਲੇ ਵੀਰਾਂ ਨੂੰ ਇਹ ਵਾਰ-ਵਾਰ ਯਕੀਨ ਦਿਵਾਉਂਦੇ ਹਾਂ ਕਿ ਜੇਕਰ ਹਰਿਆਣਾ ਸਰਕਾਰ ਦੇ ਖਿਲਾਫ ਕੋਈ ਵੀ ਤੁਸੀਂ ਐਕਸ਼ਨ ਕਰੋਗੇ ਪਲਾਨ, ਤੇ ਅਸੀਂ ਉਸ ਐਕਸ਼ਨ ਦੇ ਵਿੱਚ ਮੋਹਰੇ ਹੋ ਕੇ ਤੁਹਾਡੇ ਨਾਲ ਚੱਲਾਂਗੇ। ਪੰਜਾਬ ਦੇ 32 ਜਥੇਬੰਦੀਆਂ ਨੇ ਉਹਨਾਂ ਨੇ ਫੈਸਲਾ ਲਿਆ। ਸੋ ਹੋਰ ਮੈਂ ਅੱਗੇ ਹੁਣ ਮੈਂ ਰਵਿੰਦਰ ਸਿੰਘ ਉਹਨਾਂ ਨੂੰ ਕਹਾਂਗਾ, ਰਵਿੰਦਰ ਸਿੰਘ ਜੀ ਪਟਿਆਲਾ, ਉਹ ਵੀ ਆਪਣੀ ਗੱਲ ਰੱਖਣਗੇ। ਪਿਆਰੇ ਦੋਸਤੋ, ਮੋਗਾ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਅਸੀਂ 8 ਤਰੀਕ ਤੱਕ ਦਾ ਸਮਾਂ ਦਿੰਦੇ ਹਾਂ ਕਿ ਉਹ ਮੋਗੇ ਦੇ ਵਿੱਚ ਜਾਂ ਮਾਛੀਵਾੜੇ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਜਿਹੜੇ ਵੀ ਇਸ ਕਿਸਾਨ ਅੰਦੋਲਨ 'ਚ ਕਿਸਾਨਾਂ 'ਤੇ ਕੇਸ ਦਰਜ ਕੀਤੇ ਨੇ ਉਹਨਾਂ ਨੂੰ ਉਹ ਵਾਪਸ ਲਵੇ। ਨਹੀਂ ਤਾਂ 8 ਤਰੀਕ ਦੀ ਮੀਟਿੰਗ ਤੋਂ ਬਾਅਦ ਲਾਜ਼ਮੀ ਤੌਰ 'ਤੇ ਅਗਲੇ ਵੱਡੇ ਸੰਘਰਸ਼ ਦਾ ਜਿਹੜਾ ਉਹ ਐਲਾਨ ਕੀਤਾ ਜਾਊਗਾ। ਦੂਜੀ ਗੱਲ ਕਹਿ ਚੁੱਕੇ ਨੇ ਮੇਰੇ ਸਾਥੀ, ਸੁਖਬੀਰ ਸਿੰਘ ਬਾਦਲ ਹੁਣਾਂ ਦੀ ਭਾਸ਼ਾ ਹੈ ਜਿਹੜੀ ਉਹ ਬੜੀ ਮਰਿਆਦਾ ਉਲੰਘਣ ਵਾਲੀ ਭਾਸ਼ਾ ਆ ਔਰ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਪੰਜਾਬ 'ਚ ਪੋਲੀਟੀਕਲ ਪਾਰਟੀਆਂ ਜੇ ਚੋਣ ਮਾਹੌਲ ਬਣਾਉਣਗੀਆਂ ਤਾਂ ਇੱਕ ਕਿਸਮ ਨਾਲ ਉਹ ਇਸ ਅੰਦੋਲਨ ਨੂੰ, ਪੰਜਾਬੀ ਭਾਈਚਾਰੇ ਦੀ ਏਕਤਾ ਨੂੰ, ਪੰਜਾਬੀਆਂ ਦੇ ਇਸ ਇਕਜੁੱਟ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨਗੀਆਂ ਔਰ ਇਹ ਕਾਰਪੋਰੇਟ ਤੇ BJP ਦੇ ਹੱਕ 'ਚ ਭੁਗਤਣਾ ਹੋਊਗਾ। ਇਸ ਕਰਕੇ ਜੇ ਤਾਂ ਬਾਦਲ ਸਾਹਿਬ ਵਾਕਈ ਸਮਝਦੇ ਨੇ, ਉਹ ਬਹੁਤ ਕਹਿੰਦੇ ਵੀ ਨੇ, ਕੱਲ੍ਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਬਹੁਤ ਕੁਝ ਕੀਤਾ, ਜੇ ਉਹ ਵਾਕਈ ਕਿਸਾਨਾਂ ਦੇ ਪੱਖੀ ਨੇ ਤਾਂ ਪਹਿਲਾਂ ਵੀ ਉਹਨਾਂ ਨੇ ਇਹਨਾਂ ਬਿੱਲਾਂ ਨੂੰ ਬਹੁਤ ਚੰਗਾ ਕਿਹਾ ਸੀ। ਕਿਸਾਨ ਅੰਦੋਲਨ ਨੇ ਉਹਨਾਂ ਨੂੰ ਆਪਣਾ ਸਟੈਂਡ ਠੀਕ ਕਰਨ ਲਈ ਮਜਬੂਰ ਕੀਤਾ ਔਰ ਭਾਜਪਾ ਨਾਲੋਂ ਗੱਠਜੋੜ ਤੋੜਨ ਲਈ ਮਜਬੂਰ ਕੀਤਾ। ਉਹਨਾਂ ਨੂੰ ਹੁਣ ਵੀ ਅਸੀਂ ਅਪੀਲ ਕਰਦੇ ਹਾਂ ਕਿ ਬਾਜ ਆ ਜਾਓ ਆਪਣੀ ਗੱਲ ਤੋਂ, ਨਹੀਂ ਤਾਂ ਕਿਸਾਨਾਂ ਦੇ ਨਾਲ ਜਿਹੜਾ ਵੀ ਖਾਊਗਾ ਇਸ ਮਾਮਲੇ 'ਚ ਤਾਂ ਉਹ ਅੱਜ ਭਾਜਪਾ ਦੀ ਖੇਡ ਖੇਡ ਰਿਹਾ ਹੋਊਗਾ। ਬਾਦਲ ਸਾਹਿਬ, ਭਾਜਪਾ ਦੀ ਤੇ ਕਾਰਪੋਰੇਟ ਦੀ ਖੇਡ ਖੇਡਣ ਤੋਂ ਬਚੋ ਔਰ ਇਹ
ਚੋਣ ਮੁਹਿੰਮ ਤੇ ਜਿਹੜਾ ਤੁਸੀਂ ਨਿਕਲੇ ਹੋ ਇਹਨੂੰ ਲਗਾਮ ਲਾਓ। ਅਸੀਂ ਇਹ ਅਪੀਲ ਪੰਜਾਬ ਦੀਆਂ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ ਕਰਦੇ ਹਾਂ। ਉਹਦਾ 8 ਤਰੀਕ ਦੀ ਸਾਡੀ ਮੀਟਿੰਗ ਦੇ ਵਿੱਚ ਇਸ ਮਾਮਲੇ ਦੇ ਉੱਪਰ ਬਕਾਇਦਾ ਰੂਪ 'ਚ ਚਰਚਾ ਕਰਨ ਤੋਂ ਬਾਅਦ ਵਿਸਤ੍ਰਿਤ ਰੂਪ 'ਚ ਅਸੀਂ ਆਪਣੀ ਗੱਲ ਸਾਹਮਣੇ ਲੈ ਕੇ ਆਵਾਂਗੇ। ਔਰ ਜੇ ਸਰਕਾਰ ਨੇ ਕੇਸ ਵਾਪਸ ਨਾ ਲਿੱਤੇ ਤਾਂ 8 ਤੋਂ ਬਾਅਦ ਮੋਗੇ ਦੇ ਵਿੱਚ ਸੰਘਰਸ਼ ਦਾ ਅਗਲਾ ਅਖਾੜਾ ਜਿਹੜਾ ਉਹ ਮਗੂਗਾ। ਸੋ ਹੁਣ ਅੱਗੇ ਬਲਵੰਤ ਸਿੰਘ ਜੀ ਬਹਿਰਾਮ ਕੇ ਜੀਕੇ ਜੀ ਪੰਜਾਬ ਤੋਂ। ਸੋ ਅੱਜ ਦੀ ਜੋ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਫੈਸਲੇ ਲਏ ਗਏ ਨੇ, ਮੇਰੇ ਸਾਥੀਆਂ ਨੇ ਸਾਰਾ ਕੁਝ ਦੱਸਿਆ। ਕਿਉਂਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਅੱਜ ਜਿਵੇਂ ਮੋਗੇ ਦੇ ਵਿੱਚ ਕਾਂਡ ਹੋਇਆ, ਮਾਛੀਵਾੜੇ ਦੇ ਵਿੱਚ ਕਿਸਾਨਾਂ ਦੇ ਉੱਪਰ ਬੇਵਜ੍ਹਾ ਨਜਾਇਜ਼ ਪਰਚੇ ਪਾਏ ਗਏ, ਹੋਰ ਜਿਹੜੇ ਬਹੁਤ ਸਾਰੇ ਇਦਾਂ ਦੇ ਸਿਆਸਤਦਾਨ ਲੋਕਾਂ ਨੇ ਜਿਹੜੇ ਬਹਿਰੂਪੀਏ ਬਣ ਕੇ ਇਹ ਸਾਰਾ ਕੁਝ ਕਰਦੇ ਪਏ ਨੇ। ਅਸੀਂ ਇਹਨਾਂ ਦੀ ਘੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੀਆਂ ਗੱਲਾਂ ਤੋਂ ਬਾਜ਼ ਆਉਣ। ਜੇ ਇਹ ਕਿਸਾਨਾਂ ਦੇ ਹਿਤੈਸ਼ੀ ਨੇ ਤੇ ਪ੍ਰਤੈਸ਼ੀ ਬਣ ਕੇ ਦਿਖਾਉਣ ਕਿਵੇਂ ਹਿਤੈਸ਼ੀ ਬਣਦੇ ਨੇ। ਇਹ ਤਾਂ ਇੱਕ ਪਾਸੇ ਆਪਣੀ ਜਾਣੀ ਕਿ ਵੀ ਕਾਰਵਾਈ ਨੂੰ ਆਪਣੀ ਇਹ ਸਾਰੀ ਕੁਝ ਵੱਡਾ ਕਰਨ ਵਾਸਤੇ ਤੁਲੇ ਹੋਏ ਨੇ। ਇਹਨਾਂ ਲੋਕਾਂ ਨੇ ਸ਼ੁਰੂ ਤੋਂ ਲੈ ਕੇ ਕਿਸਾਨਾਂ ਦੇ ਹਿਤੈਸ਼ੀ ਨਹੀਂ ਬਣੇ ਹੈਗੇ, ਸ਼ੁਰੂ ਤੋਂ ਲੈ ਕੇ ਕਿਸਾਨਾਂ ਦਾ ਨੁਕਸਾਨ ਕੀਤਾ ਹੈਗਾ। ਇਸ ਪਰੋਂ ਅੱਜ ਅਹਿਮ ਫੈਸਲੇ ਲੈ ਗਏ ਨੇ ਕਿ ਇਹ ਆਪਣੀਆਂ ਰੈਲੀਆਂ ਬੰਦ ਕਰਨ, ਇਸ ਕੰਮ ਤੋਂ ਬਾਜ਼ ਆਉਣ ਔਰ ਪੰਜਾਬ ਦੇ ਮਾਹੌਲ ਨੂੰ ਕ੍ਰੀਏਟ ਨਾ ਕਰਨ। ਕਿਉਂਕਿ ਪਹਿਲਾਂ 84 ਦੇ ਮਾਹੌਲ ਵਿੱਚੋਂ ਅਸੀਂ ਬਹੁਤ ਕੁਝ ਵੇਖਿਆ, ਬਹੁਤ ਕੁਝ ਦੇਖਣ ਨੂੰ ਮਿਲਿਆ, ਉੱਥੋਂ ਮਸਾਂ ਅਸੀਂ ਬਚ ਕੇ ਲੰਘੇ ਹੋਏ ਹਾਂ। ਪਰ ਦੁਬਾਰਾ ਫੇਰ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ। ਅਸੀਂ ਪੁਰਜੋਰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਭਾਸ਼ਾ ਨਾ ਵਰਤਣ ਜਿਹੜੀਆਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ। ਚੰਗੀ ਭਾਸ਼ਾ ਵਰਤ ਕੇ ਚੰਗੇ ਲੋਕਾਂ ਨਾਲ ਜੁੜ ਕੇ ਇਸ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਸਾਡਾ ਫਰਜ਼ ਬਣਦਾ ਹੈ, ਨਾ ਕਿ ਪੰਜਾਬ ਨੂੰ ਬਰਬਾਦ ਕਰਨ ਦਾ ਫਰਜ਼ ਬਣਦਾ ਹੈ। ਮੇਰੇ ਸਾਥੀ ਸਰਦਾਰ ਕਿਰਪਾ ਸਿੰਘ ਉਹ ਆਪਣੀ ਗੱਲ ਰੱਖਣਗੇ। ਇਦਾਂ ਲੱਗੇ ਸਾਥੀਓ, ਇੱਕ ਪੰਜਾਬ ਦੇ ਵਿੱਚ ਕਾਫੀ ਦਿਨਾਂ ਦਾ ਮਾਹੌਲ ਬਣਾਇਆ ਜਾ ਰਿਹਾ, ਡਰਾਇਆ ਜਾ ਰਿਹਾ ਕਿ ਇਹ ਰਾਸ਼ਟਰਪਤੀ ਰਾਜ ਲਾਗੂ ਹੋ ਜਾਊਗਾ। ਸੋ ਅਸੀਂ ਇਸ ਸਮੇਂ ਦਾ ਸੰਯੁਕਤ ਮੋਰਚਾ ਵੀ ਗੱਲ ਮੰਨਦਾ ਹੈ ਕਿ ਪਹਿਲੀ ਗੱਲ ਤਾਂ ਇਹ ਭਾਜਪਾ ਦੀ ਜਿਹੜੀ ਸੋਚੀ ਸਮਝੀ ਚਾਲ ਹੈ, ਇਹ ਲੋਕਲ ਪਾਰਟੀਆਂ ਜਿਹੜੀਆਂ ਸਾਡੀਆਂ ਕਾਂਗਰਸ, ਅਕਾਲੀ ਦਲ, ਖਾਸ ਕਰਕੇ ਅਕਾਲੀ ਦਲ ਜੋ ਰੈਲੀਆਂ ਕਰ ਰਿਹਾ ਉਸ ਵੱਲ ਪੰਜਾਬ ਨੂੰ ਧੱਕ ਰਿਹਾ। ਪਹਿਲੀ ਗੱਲ ਤਾਂ ਉਹ ਧੱਕ ਰਿਹਾ। ਜੇ ਕਿਤੇ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਤਾਂ ਉਹਦਾ ਮਤਲਬ ਕਿ ਸਿੱਧੀ ਸੈਂਟਰ ਦੀ ਤਾਕਤ ਉੱਥੇ ਆਊਗੀ, ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਰਿਆਣੇ ਦੇ ਵਿੱਚ ਅੱਜ ਹਰਿਆਣੇ ਦੀ ਗੱਲ ਕਰੀਏ, ਭਾਜਪਾ ਦੀ ਗੌਰਮੈਂਟ ਹੈ। ਭਾਜਪਾ ਦੀ ਗੌਰਮੈਂਟ ਦਾ ਮਤਲਬ ਖੱਟੜ ਦੀ ਸਰਕਾਰ ਸਿੱਧੀ ਸੈਂਟਰ ਦੇ ਅਧੀਨ ਚੱਲਦੀ ਪਈ ਹੈ। ਇੱਕ ਹਿਸਾਬ ਦਾ ਇਹ ਵੀ ਰਾਸ਼ਟਰਪਤੀ ਰਾਜ ਹੈ। ਜੇ ਇੱਥੋਂ ਦੇ ਲੋਕ ਲੜ ਸਕਦੇ ਨੇ, ਖੱਟੜ ਸਰਕਾਰ ਦੇ ਖਿਲਾਫ ਲੜਨ ਵਾਲੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਸਰਕਾਰਾਂ ਆਪ ਕ੍ਰੀਏਟ ਕਰ ਦਿੰਦੀਆਂ, ਸਾਨੂੰ ਡਰਨ ਦੀ ਕੋਈ ਲੋੜ ਨਹੀਂ। ਲੜਨ ਵਾਲੇ ਤੇ ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਹੁੰਦੇ ਆ ਉਹ ਕਦੇ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਹੁੰਦੇ। ਸੋ ਇੱਕ ਤਾਂ ਨੰਬਰ ਇਹ ਸੀ ਕਿ ਸਾਨੂੰ ਕਿਸੇ ਪਾਸੇ ਘਬਰਾਉਣ ਦੀ ਲੋੜ ਨਹੀਂ। ਜੇ ਰਾਸ਼ਟਰਪਤੀ ਦਾ ਇਹੋ ਜਿਹਾ ਰਾਜ ਦਾ ਮਾਹੌਲ ਸਰਕਾਰਾਂ ਬਣਾਉਂਦੀਆਂ, ਉਸ ਦੀਆਂ ਜ਼ਿੰਮੇਵਾਰ ਜਿਹੜੀਆਂ ਲੋਕਲ ਪਾਰਟੀਆਂ ਹੋਣਗੀਆਂ। ਔਰ ਨੰਬਰ 2 ਤੇ ਜਿਹੜਾ ਮੇਰੇ ਸਾਥੀਆਂ ਨੇ ਦੱਸਿਆ ਸੀ, ਇੱਕ ਮਤਾ ਪਾਸ ਕੀਤਾ ਕਿ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰ ਪਰੇਸ਼ਾਨ ਕਰਕੇ ਸੈਂਟਰ ਗੌਰਮੈਂਟ ਦੀ ਸ਼ਹਿ ਤੇ ਪੰਜਾਬ ਗੌਰਮੈਂਟ, ਜਿਵੇਂ ਸਰਦਾਰ ਗੁਰਮੁਖ ਸਿੰਘ ਬਰਾੜ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ, ਅਸੀਂ ਉਸ ਦੀ ਵੀ ਨਿਖੇਧੀ ਕਰਦੇ ਹਾਂ। ਔਰ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਜਿਹੜੇ ਝੂਠੇ ਜਿਹੜੇ ਤੁਸੀਂ ਕੇਸ ਪਾ ਕੇ ਅੰਦੋਲਨ ਨੂੰ ਪਿਛਾਂ ਧੱਕਣ ਦੀ ਕੋਸ਼ਿਸ਼ ਕਰਦੇ, ਤੁਹਾਡੀਆਂ ਕਦੀ ਕਾਮਯਾਬ ਅਸੀਂ ਨਹੀਂ ਹੋਣ ਦਿਆਂਗੇ। ਧੰਨਵਾਦ। ਅੰਤ ਵਿੱਚ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ। ਸਵਾਲ ਜਵਾਬ ਕਰ ਲਓ ਜੀ। ਹਾਂਜੀ, ਪ੍ਰੈਸ ਨੂੰ ਕੋਈ ਸਵਾਲ ਜਵਾਬ ਕਰਨਾ ਕੋਈ ਸਵਾਲ ਪੁੱਛਿਆ ਕੋਈ ਨਹੀਂ, ਸੰਧੂ ਸਾਹਿਬ ਬੋਲੇਗਾ ਕੋਈ ਨਹੀਂ, ਜਿਸੇ ਮਰਜ਼ੀ ਪੁੱਛੋ। ਚਲੋ ਤੁਸੀਂ ਪੁੱਛੋ ਤੁਸੀਂ ਫਾਈਨਲ ਕਰ ਲਾਂਗੇ। 3 सवाल है कि एक तो कल जो नागलगांव बिल्कुल आपके पास थी, जिसमें पंचायत हुई है, एक किसान से रास्ता मांगने की आंदोलन चल रहा है। उन्होंने कहा है कि रास्ता आंदोलन 5 तारीख को पंचायत होनी है, तो गांव ने उनको मना कर दिया कि हम किसानों के साथ हैं, तो फिर भी पंचायत कर रहे हैं। और एक मुख्यमंत्री को मांग पत्र दे रहे हैं, किसी तरह लिखते ताकि टकराव की स्थिति न बने और आपकी भी पंचायत का समर्थन। हमारा संयुक्त मोर्चे का भी और पंजाब की जथेबंदियों के ये विचार है कि ये जो कानून बने हैं, मैं पहले बोल चुका हूँ, जितने किसानों के लिए ख़तरनाक है, कंज्यूमर के लिए उससे भी ज़्यादा ख़तरनाक है। छोटे दुकानदारों के लिए, छोटे कारखानों के लिए। और ये इससे पहले किरत कानून लागू करके 8 घंटे की दिहाड़ी 12 घंटे कर दी है। तो ये जो पंचायत कर रहे हैं, पहले भी एक बार कोशिश की गई थी इन लोगों की तरफ से कि हम मार्च करेंगे, रास्ता खाली करवाएंगे।
हम उनको बेनती ये करते हैं, कोई भी एमरजेंसी सर्विस हमने कभी नहीं रोकी और रास्ता हमने नहीं रोका, रास्ता सरकार ने रोक रखा है। सरकार ने बैरिकेड लगाए हैं, वो सरकार से मांग करें कि बैरिकेड तो आपने लगाए, हमने तो लगाए नहीं हैं। और जो रश पड़ता है उनका ही प्रॉब्लम आती है। स्कूटर हम नहीं रोक रहे, कार हम नहीं रोक रहे, कोई एमरजेंसी सर्विस हम नहीं रोक रहे। किससे मांग रहे हैं? वो सरकार से मांगे, हमें कोई अवधि नहीं है। मगर अगर कहें कि किसानों के कारण हम कोई परेशान हैं, 3 दिन जहाँ मेडिकल कैंप रखता है, हज़ारों लोग अब तक जहाँ से इलाज करा चुके हैं, फ्री इलाज चलता है, हार्ट का भी है, आई का भी है, ऑपरेशन भी फ्री करते हैं। ये एरिया के लोग ही हैं। मगर पॉलिटिकल मोटिवेटेड जो मूव है उसको तो हम बोलते हैं ठीक नहीं है। अगर उनको कोई प्रॉब्लम है, हमारे साथ आएँ, बैठकर बातचीत करने को तैयार हैं। जो फोर्सफुली करेंगे हमको टिकरी बॉर्डर पर भी बहादुरगढ़ के कारखानेदार हैं जो, उन्होंने भी एक पटिशन पा रखी है कि हमें एक रास्ता पूरे का पूरा खोलो। ये किसान कोई शौक ही तो बैठे नहीं हैं, आप भी जानते हो। घर बार छोड़कर बैठना, इतनी बरखा ठंड गर्मी में बैठे रहे हैं। हम लोगों के लिए बैठे हैं, अपने लिए नहीं बैठे। सरकार हमारी मांगे मान ले, हम तो आज ही जाने को तैयार हैं। सरकार हमें मजबूर कर रही है जहाँ रहने को, और सरकार जितनी जल्दी मांगे मान लेगी, आपका भी भला होगा, हमारा भी भला होगा। उनको रिक्वेस्ट है कि सरकार से जो मांगना मांगे, हम क्लैश नहीं चाहते किसी से। पंजाब ਦੇ ਵਿੱਚ ਕੱਲ ਮੁੱਖ ਮੰਤਰੀ ਆ ਰਹੇ हैं जी राय विधानसभा क्षेत्र में खिलाड़ी को सम्मान देने के लिए, वही जो ग्रुप है जो रास्ता खोलो आंदोलन चला रहे हैं, वो मुख्यमंत्री को मांग पत्र देंगे कि हमारे समाधान करवाएं। हमने हरियाणा के लिए और पंजाब के लिए और सारे भारत के लिए फैसला कर रखा है कि जो तगमा जीत कर स्पोर्ट्समैन आए हैं उनको कोई ऑनर करता है, उसका विरोध हम नहीं करेंगे, क्योंकि वो हमारे भारत का मान है। हमारे लिए इतनी मेहनत कर आए हैं। मांग पत्र वो दें, हमें तो कोई इससे आपत्ति नहीं, कोई आपत्ति नहीं है। अगर वो किसी को एक मांग पत्र देने से कोई आपत्ति नहीं है। हम लोग आंदोलन करने के लिए बैठे हैं, आंदोलन हमारी मजबूरी है। ये बात पहले भी हुई है, आंदोलन हमारी मजबूरी है। वो लोग अगर इस तरह की कोई मांग करना चाहते हैं वो करें, लेकिन उनको हम मशवरा देना चाहते हैं कि सरकार से ये मांग करें कि किसानों की मांगे माने, उनसे बातचीत करें और इस मसले का हल निकालें। ये चाहते हैं हम लोग। गांव के, आपने ही कह दिया कि गांव के लोगों ने उनको मना कर दिया, तो अब वो कौन से लोग हैं ये तो आप भी अच्छी तरह जानते हैं और हम भी समझ रहे हैं। एक पंजाब के मुख्य मंत्री साहब ਨੂੰ ਮੋਦੀ ਜੀ ਵੱਲੋਂ ਇੱਕ ਲੈਟਰ ਲਿਖਿਆ ਗਿਆ। ਲੈਟਰ ਦੇ ਵਿੱਚ ਕਿਹਾ ਗਿਆ ਵੀ ਪੰਜਾਬ ਦੇ ਜਿਹੜੇ ਟੋਲ ਪਲਾਜ਼ਾ ਨੇ ਉਹ ਖੁਲਾਏ ਜਾਣ, 850 ਕਰੋੜ ਦਾ ਜਿਹੜਾ ਵਿੱਤੀ ਘਾਟਾ ਹੋਇਆ। देखो ये जिहड़ी बीजेपी ਦੀ कोजी साजिश है कि किसी तरीके ਨਾਲ टोल ਖਲਵਾਏ ਜਾਣ, ਇਹ ਬਿਲਕੁਲ ਅਸੀਂ ਟੋਟਲ 32 ਦੀਆਂ 32 ਜਥੇਬੰਦੀਆਂ ਇਸ ਗੱਲ ਦਾ ਪ੍ਰਣ ਲੈਣੀਆਂ कि बिल्कुल असी ये जो टोल आ नहीं छड्डांगे। ये बिल्कुल क्लीयर कट है कि सरकार जिहड़ी है वो जिन्ना चिर साडी मंग नहीं मनदी उन्ना चिर बिल्कुल टोल नहीं छड्डे जाणगे। और सरकार नूं, पंजाब सरकार नूं भी ताड़ना करते हैं किते उन्हां दे दबाव हेठ आके पंजाब सरकार भी इदां दी कोशिश ना करे, सो इदां दा कोई टकराव वाला माहौल पैदा होवे। पंजाब सरकार नूं चाहीदा है कि उल्टा नरेंद्र मोदी नूं ਉਹਦੇ ਲੈਟਰ ਦੇ एवज ਦੇ ਵਿੱਚ ਲੈਟਰ ਭੇਜਣ कि तुसीं किसानां दा मसला जल्द तो जल्द तीनों खेती कानून रद्द करके इनू खत्म करो, तो फिर टोल भी चलणगे, फिर सारा कुछ चलू। सानू की प्रॉब्लम है? पर उन्ना चिर जिन्ना चिर कारपोरेट घराणे उपर हावी ने बीजेपी सरकार दे, मोदी सरकार दे, और वो अपने फैसले लागू कराउंदे ने, ते असीं भी जिहड़े कारपोरेट घराणे आ असीं भी उन्हां नूं पंजाब दे विच उन्हां दा कारोबार बिल्कुल नहीं चलन देंगे, चाहे वो रिलायंस वाले होण चाहे वो टोल प्लाजे होण, बिल्कुल नहीं चलन देंगे। मोदी साहब उल्टी गंगा बहाਉਂਦੇ ਨੇ। ਅਸੀਂ ਤਾਂ यूपी ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕਰਾਉਣ ਵਾਲੇ ਪਾਸੇ ਨੂੰ ਤੁਰਨ ਲੱਗੇ ਆ। ਹਰਿਆਣੇ ਤੇ ਪੰਜਾਬ 'ਚ ਹੈਗੇ ਨੇ ਉਲਟੀ ਗੰਗਾ ਬਹਾਣੀ ਬੰਦ ਕਰਨ। ਉਹਨਾਂ ਨੂੰ ਨੇਕ ਸਲਾਹ ਇਹ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਬਜਾਏ ਕਿ ਚਿੱਠੀਆਂ ਦੇ ਵਿੱਚ ਟਾਈਮ ਖਰਾਬ ਕਰਨ।